ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵੀ ਦਵਿੰਦਰ ਕੌਰ। 28 ਸਤੰਬਰ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਨ। ਭਗਤ ਸਿੰਘ ਸਾਨੂੰ ਉਹਨਾਂ ਸਮਿਆਂ ਵਿੱਚ ਵੀ ਲੋੜੀਂਦੇ ਸਨ। ਭਗਤ ਸਿੰਘ ਇਹਨਾਂ ਸਮਿਆਂ ਵਿੱਚ ਵੀ ਬਹੁਤ ਲੋੜੀਂਦੇ ਨੇ। ਜਿਹੋ ਜਿਹੇ ਵਿਸ਼ਵ ਭਰ ਵਿੱਚ ਇਸ ਵੇਲੇ ਸਿਆਸੀ, ਆਰਥਿਕ ਅਤੇ ਸਮਾਜਿਕ ਹਾਲਾਤ ਚੱਲ ਰਹੇ ਹਨ, ਇਹੋ ਜਿਹੇ ਦੌਰ ਵਿੱਚ ਭਗਤ ਸਿੰਘ ਅਤੇ ਉਹਨਾਂ ਦੀ ਫਿਲਾਸਫੀ ਦੀ, ਉਹਨਾਂ ਦੇ ਵਿਚਾਰਾਂ ਦੀ ਵਧੇਰੇ ਲੋੜ ਹੈ। ਅਸੀਂ ਇਸ ਵੇਲੇ ਗੱਲਬਾਤ ਕਰਦੇ ਹਾਂ ਮੁਕੇਸ਼ ਮਲੌਦ ਹੋਰਾਂ ਨਾਲ। ਮੁਕੇਸ਼ ਮਲੌਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਨੇ। ਅਸੀਂ ਇਸੇ ਸਿਲਸਿਲੇ ਵਿੱਚ ਕਿ ਨੌਜਵਾਨਾਂ ਲਈ ਉਹ ਕਿਹੋ ਜਿਹੇ ਆਈਕਨ ਨੇ ਭਗਤ ਸਿੰਘ, ਜਾਂ ਉਹਨਾਂ ਦੀ ਇਸ ਵੇਲੇ ਕਿੰਨੀ ਕੁ ਤਰਕ ਸੰਗਤਤਾ ਆ, ਤੇ ਅਸੀਂ ਇਸ ਸਿਲਸਿਲੇ ਵਿੱਚ ਮੁਕੇਸ਼ ਮਲੌਦ ਹੋਰਾਂ ਨਾਲ ਗੱਲਬਾਤ ਕਰਦੇ ਹਾਂ। ਮੁਕੇਸ਼ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੁਕੇਸ਼, ਜਿਹੋ ਜਿਹੇ ਇਸ ਵੇਲੇ ਦੁਨੀਆ ਭਰ ਵਿੱਚ ਜਾਂ ਈਵਨ ਇਕੱਲੇ ਸਾਡੇ ਆਪਣੇ ਮੁਲਕ ਦੀ ਹੀ ਗੱਲ ਕਰੀਏ ਤਾਂ ਜਿਹੋ ਜਿਹੇ ਸਾਡੇ ਹਾਲਾਤ ਚੱਲ ਰਹੇ ਹਨ, ਤੇਜ਼ੀ ਨਾਲ ਚੀਜ਼ਾਂ ਬਦਲ ਰਹੀਆਂ ਨੇ, ਸਥਿਤੀਆਂ ਬਹੁਤ ਬਦਲ ਰਹੀਆਂ ਨੇ। ਇਹੋ ਜਿਹੇ ਹਾਲਾਤ ਵਿੱਚ ਸਰਦਾਰ ਭਗਤ ਸਿੰਘ ਹੋਰਾਂ ਦੀ ਕੀ ਰੈਲੇਵੈਂਸ, ਤੁਸੀਂ ਕੀ ਮੰਨਦੇ ਹੋ? ਕਿਉਂਕਿ ਤੁਸੀਂ ਪਿੰਡੂ ਪੱਧਰ ਤੇ ਪੰਚਾਇਤੀ ਜ਼ਮੀਨਾਂ ਵਿੱਚ ਦਲਿਤਾਂ ਦੀ ਹਿੱਸੇਦਾਰੀ ਦੀ ਗੱਲ ਕਰ ਰਹੇ ਹੋ, ਉਹਨਾਂ ਲਈ ਸੰਘਰਸ਼ ਕਰ ਰਹੇ ਹੋ, ਤੇ ਤੁਸੀਂ ਗ੍ਰਾਸ ਰੂਟ ਲੈਵਲ ਤੇ ਲੋਕਾਂ ਤੱਕ ਪਹੁੰਚਦੇ ਹੋ। ਇਹੋ ਜਿਹੇ ਦੌਰ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਸਾਨੂੰ ਭਗਤ ਸਿੰਘ ਦਾ ਕਿੰਨਾ ਕੁ ਲੋੜੀਂਦੇ ਨੇ? ਬਿਲਕੁਲ, ਭਾਵੇਂ 113 ਸਾਲ ਜਿਹੜਾ ਇੱਕ ਲੰਬਾ ਸਮਾਂ ਅੱਜ ਲੰਘ ਚੁੱਕਿਆ ਉਹਨਾਂ ਦੇ ਇਸ ਦੁਨੀਆ ਦੇ ਵਿੱਚ ਆਉਣ ਤੇ, ਪਰ ਅੱਜ ਵੀ ਉਹਨਾਂ ਦੇ ਵਿਚਾਰਾਂ ਦੀ ਸਾਰਥਿਕਤਾ ਉਨੀ ਹੀ ਹੈ ਜਿੰਨੀ ਉਹਨਾਂ ਸਮਿਆਂ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਸੀ। ਕਿਉਂਕਿ ਭਗਤ ਸਿੰਘ ਦੀ ਇੱਕ ਗੱਲ ਆਮ ਪ੍ਰਚਲਿਤ ਆ, ਜਿਹੜੀ ਉਹਨਾਂ ਨੇ ਕਹੀ ਸੀ ਕਿ ਜੇ ਗਾਂਧੀ ਜਾਂ ਨਹਿਰੂ ਹੋਰਾਂ ਦੇ ਤਰੀਕੇ ਨਾਲ ਆਜ਼ਾਦੀ ਆਉਂਦੀ ਆ ਤਾਂ ਇੱਥੋਂ ਦੇ ਜਿਹੜੇ ਗੋਰੇ ਅੰਗਰੇਜ਼ ਨੇ ਉਹ ਚਲੇ ਜਾਣਗੇ ਤੇ ਜਿਹੜੇ ਭੂਰੇ ਅੰਗਰੇਜ਼ ਨੇ ਉਹ ਇਹਨਾਂ ਗੱਦੀਆਂ ਦੇ ਉੱਤੇ ਕਾਬਜ਼ ਹੋ ਜਾਣਗੇ। ਔਰ ਅੱਜ ਉਹ ਬਿਲਕੁਲ ਉਹ ਗੱਲ ਆ ਜਿਹੜੀ ਸੱਚ ਹੋ ਰਹੀ ਆ। ਔਰ ਉਹ ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ ਦਾ ਨਾਰਾ ਅੱਜ ਇਸ ਸੜਕਾਂ ਦੇ ਉੱਤੇ ਚੱਲ ਰਹੇ ਸੰਘਰਸ਼ਾਂ ਦੇ ਵਿੱਚ ਬਿਲਕੁਲ ਸਾਫ਼ ਸਾਬਿਤ ਹੋ ਰਿਹਾ ਕਿ ਅੱਜ ਉਹੀ ਸਾਮਰਾਜੀ ਕੰਪਨੀਆਂ ਨੇ ਜਿਹੜੀਆਂ ਉਹ ਇੱਥੋਂ ਦੇ ਲੋਕਾਂ ਦੀ ਲੁੱਟ ਕਰ ਰਹੀਆਂ ਨੇ, ਤੇ ਅੱਜ ਵੀ ਇਨਕਲਾਬ ਦੇ ਨਾਅਰੇ ਦੀ ਲੋੜ ਆ ਜਿਹੜੀ ਉਹ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਹਰ ਵਰਗ ਦੇ ਵਿੱਚ ਜਿਹੜੀ ਗੂੰਜ ਆ ਉਹ ਪੈ ਰਹੀ ਆ। ਇਸ ਕਰਕੇ ਇਹ ਬਿਲਕੁਲ ਸਾਫ਼ ਆ ਕਿ ਅੱਜ ਵੀ ਉਹਨਾਂ ਵਿਚਾਰਾਂ ਦੀ ਜਿਹੜੀ ਸਾਰਥਿਕਤਾ ਉਹ ਉਨੀ ਹੀ ਬਣਦੀ ਆ ਜਿੰਨੀ ਉਹਨਾਂ ਸਮਿਆਂ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਨੇ ਇਹ ਗੱਲ ਕਹੀ ਸੀ। ਜਿਸ ਤਰ੍ਹਾਂ ਅੱਜ ਦਾ ਜਿਹੜਾ ਨੌਜਵਾਨ ਵਰਗ ਹੈ, ਜਿਸ ਤਰ੍ਹਾਂ ਜਿਹੋ ਜਿਹੀ ਗਾਇਕੀ ਚੱਲ ਰਹੀ ਹੈ ਇਸ ਵੇਲੇ, ਜਿਹੋ ਜਿਹਾ ਸੋਸ਼ਲ ਮੀਡੀਆ ਤੇ ਬੇਹਿਸਾਬੀ ਇਨਫੋਰਮੇਸ਼ਨ ਆ ਰਹੀ ਹੈ, ਤੇ ਇਹ ਮੰਨ ਲਿਆ ਗਿਆ ਕਿ ਨੌਜਵਾਨਾਂ ਨੂੰ ਚਿੱਟੇ ਉੱਤੇ ਲਾ ਦਿੱਤਾ ਗਿਆ ਹੈ, ਤੇ ਚਿੱਟੇ ਵੇਚਣ ਵਾਲਿਆਂ ਨੂੰ ਜਾਂ ਦਾਰੂ ਸ਼ਰਾਬ ਅਮਨ ਮਿੱਤੀ ਕਰਨ ਲਈ ਸਿਆਸੀ ਥਾਪੜਾ ਮਿਲਿਆ ਹੋਇਆ, ਸਿਆਸੀ ਪੁਸ਼ਤ ਪਨਾਹੀ ਹੋ ਰਹੀ ਹੈ ਉਹਨਾਂ ਲੋਕਾਂ ਦੀ ਜਿਹੜੇ ਇਹ ਕੰਮ ਕਰ ਰਹੇ ਨੇ। ਤੇ ਇਸ ਵੇਲੇ ਇਹ ਦੋਸ਼ ਲਾਏ ਜਾ ਰਹੇ ਨੇ ਨੌਜਵਾਨੀ ਤੇ ਕਿ ਉਹ ਇਹਨਾਂ ਚੀਜ਼ਾਂ 'ਚ ਗਲਤਾਨ ਹੋ ਗਈ ਹੈ। ਤੇ ਤੁਸੀਂ ਇਹਦੇ ਬਾਰੇ ਕਿਵੇਂ ਸੋਚਦੇ ਹੋ ਕਿ ਕਿਸ ਹੱਦ ਤੱਕ ਗਲਤਾਨ ਹੈ ਤੇ ਕਿਸ ਹੱਦ ਤੱਕ, ਕਿਉਂਕਿ ਤੁਸੀਂ ਵੀ ਉਸੇ ਨੌਜਵਾਨ ਵਰਗ ਦੀ ਪ੍ਰਤੀਨਿਧਤਾ ਕਰ ਰਹੇ ਹੋ, ਤੁਸੀਂ ਇੱਕ ਕਾਰਜ ਲੈ ਕੇ ਚੱਲੇ ਹੋ, ਲੋਕਾਂ ਦਾ ਕਾਰਜ, ਤੇ ਤੁਸੀਂ ਕੀ ਮੰਨਦੇ ਹੋ ਕਿ ਕਿੰਨੇ ਕੁ ਨੌਜਵਾਨ, ਜਾਂ ਸੱਚਮੁੱਚ ਸਥਿਤੀ ਕੀ ਹੈ? ਅਸਲ ਦੇ ਵਿੱਚ ਅੱਜ ਦਾ ਜਿਹੜਾ ਨੌਜਵਾਨ ਆ ਉਹਨੂੰ ਇੱਥੋਂ ਦੀਆਂ ਜਿਹੜੀਆਂ ਰੂਲਿੰਗ ਕਲਾਸ ਪਾਰਟੀਆਂ ਨੇ ਉਹਨਾਂ ਨੇ ਪੂਰੀ ਗਿਣੀ ਮਿਥੀ ਸਾਜ਼ਿਸ਼ ਤਹਿਤ ਨਸ਼ਿਆਂ ਦੇ ਵੱਲ, ਗੈਂਗਵਾਰ ਦੇ ਵੱਲ ਜਿਹੜਾ ਉਹ ਧੱਕਣ ਦੀ ਪੂਰੀ ਕੋਸ਼ਿਸ਼ ਕੀਤੀ ਆ। ਪਰ ਜਿੱਥੇ ਵੱਡੀ ਗਿਣਤੀ ਜਿਹੜੀ ਨੌਜਵਾਨਾਂ ਦੀ ਇਸ ਪਾਸੇ ਵੱਲ ਜਾ ਰਹੀ ਆ, ਜਦੋਂ ਬੇਰੁਜ਼ਗਾਰੀ ਦੀ ਮਾਰ ਦੇ ਵਿੱਚ ਆ, ਜਦੋਂ ਉਹਨਾਂ ਨੂੰ ਕੋਈ ਰੁਜ਼ਗਾਰ ਨਹੀਂ ਮਿਲਦਾ, ਆਪਣਾ ਜਿਹੜਾ ਭਵਿੱਖ ਦਾ ਕੋਈ ਹੱਲ ਨਹੀਂ ਨਜ਼ਰ ਆਉਂਦਾ, ਤਾਂ ਉਹ ਜਿੱਥੇ ਇਸ ਪਾਸੇ ਵੱਲ ਨੂੰ ਜਾ ਰਹੇ ਨੇ, ਉੱਥੇ ਭਗਤ ਸਿੰਘ ਦੇ ਵਾਰਸ ਵੀ ਅੱਜ ਪਿੰਡਾਂ ਦੇ ਵਿੱਚ ਉਹਦੀ ਸੋਚ ਦੇ ਉੱਤੇ ਪਹਿਰਾ ਦੇ ਰਹੇ ਨੇ। ਔਰ ਪਿੰਡਾਂ ਦੇ, ਸ਼ਹਿਰਾਂ ਦੇ ਇਹਨਾਂ ਸੰਘਰਸ਼ਾਂ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਨੇ ਜਿਹਦੇ ਵਿੱਚ ਭਗਤ ਸਿੰਘ ਦੇ ਵਾਰਸ ਉਸ ਝੰਡੇ ਨੂੰ ਬੁਲੰਦ ਕਰਦੇ ਹੋਏ, ਇਨਕਲਾਬ ਦੇ ਨਾਅਰੇ ਨੂੰ ਲੈ ਕੇ ਅੱਜ ਵੀ ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ। ਭਾਵੇਂ ਇੱਥੋਂ ਦੀ ਜਿੰਨੀਆਂ ਵੀ ਪਾਰਟੀਆਂ ਇਸ ਨੌਜਵਾਨੀ ਨੂੰ ਗੁੰਮਰਾਹ ਕਰਨ ਦੇ ਉੱਤੇ ਲੱਗੀਆਂ ਹੋਈਆਂ ਨੇ,
ਇੱਥੋਂ ਦਾ ਖਪਤ ਸੱਭਿਆਚਾਰ ਉਹਨਾਂ ਨੂੰ ਪੇਸ਼ ਕਰਕੇ ਦੂਜੇ ਪਾਸੇ ਨੂੰ ਮੋੜਾ ਦੇਣ ਦੀ ਕੋਸ਼ਿਸ਼ ਕਰਦੇ ਨੇ। ਪਰ ਦੂਜੇ ਪਾਸੇ ਉਹਨਾਂ ਮਾੜੀਆਂ ਨੀਤੀਆਂ ਦੇ ਖਿਲਾਫ ਅੱਜ ਇੱਥੋਂ ਦੀ ਜਿਹੜੀ ਨੌਜਵਾਨੀ ਆ ਇੱਕ ਵਾਰ ਫੇਰ ਉਹ ਮੋੜਾ ਕੱਟ ਰਹੀ ਆ। ਉਹ ਨੌਜਵਾਨੀ ਜਿਹਨੂੰ ਨਸ਼ਿਆਂ 'ਚ ਗੁਲਤਾਨ ਕਿਹਾ ਜਾਂਦਾ ਸੀ, ਉਹ ਨੌਜਵਾਨੀ ਜਿਹੜੀ ਗੈਂਗਵਾਰ ਦੇ ਚੁੰਗਲ ਦੇ ਵਿੱਚ ਫਸੀ ਹੋਈ ਸੀ, ਅੱਜ ਉਹ ਧਰਨਿਆਂ ਮੁਜ਼ਾਹਰਿਆਂ ਦੇ ਵਿੱਚ, ਸੰਘਰਸ਼ਾਂ ਦੇ ਮੈਦਾਨ ਦੇ ਵਿੱਚ ਵੀ ਵੱਡੀ ਗਿਣਤੀ 'ਚ ਦੇਖਣ ਨੂੰ ਮਿਲਦੀ ਆ। ਔਰ ਇਸੇ ਦਾ ਅਸਰ ਆ ਕਿ ਉਹ ਖਪਤ ਸੱਭਿਆਚਾਰ ਪੇਸ਼ ਕਰਨ ਵਾਲੇ ਗੀਤਕਾਰ, ਉਹਨਾਂ ਨੂੰ ਮਜਬੂਰ ਹੋਣਾ ਪੈ ਰਿਹਾ ਕਿ ਉਹ ਇੱਥੋਂ ਦੀ ਕਿਸਾਨੀ ਦੀ, ਇੱਥੋਂ ਦੀ ਮਜ਼ਦੂਰਾਂ ਦੀ ਜਿਹੜੀ ਆ ਉਹ ਗੱਲ ਕਰ ਰਹੇ ਨੇ ਤੇ ਉਹਨਾਂ ਨੂੰ ਚੱਲ ਕੇ ਜਿਹੜਾ ਇਹਨਾਂ ਧਰਨਿਆਂ ਦਾ ਹਿੱਸਾ ਉਹ ਬਣਨਾ ਪੈ ਰਿਹਾ। ਔਰ ਇਹ ਆਪਣੇ ਆਪ ਦੇ ਵਿੱਚ ਇੱਕ ਸਬੂਤ ਆ ਕਿ ਜਿਹੜੀ ਨੌਜਵਾਨੀ ਆ ਉਹਨੂੰ ਭਾਵੇਂ ਇਹਨਾਂ ਨਸ਼ਿਆਂ ਵੱਲ ਧੱਕਣ ਦੀ ਇੱਥੋਂ ਦੇ ਲੀਡਰਾਂ ਨੇ ਕੋਸ਼ਿਸ਼ ਕੀਤੀ ਆ, ਪਰ ਅੱਜ ਵੀ ਉਹ ਸ਼ਹੀਦ ਭਗਤ ਸਿੰਘ ਦੀ ਉਸ ਵਿਚਾਰਧਾਰਾ ਦੇ ਉੱਤੇ ਪਹਿਰਾ ਦੇ ਕੇ ਉਹਨਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਦੇ ਲਈ ਜ਼ੋਰ ਆ ਜਿਹੜਾ ਉਹ ਲਾ ਰਹੀ ਆ। ਜਦੋਂ ਤੁਸੀਂ ਸਿਆਸੀ ਪਾਰਟੀਆਂ ਦੀ ਗੱਲ ਕੀਤੀ ਹੈ ਕਿ ਸਿਆਸੀ ਪਾਰਟੀਆਂ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੀਆਂ ਨੇ, ਤਾਂ ਮੈਂ ਇੱਥੇ ਇਹ ਜ਼ਿਕਰ ਕਰਨਾ ਚਾਹੁੰਦੀ ਹਾਂ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਾਰੇ ਪ੍ਰਾਈਵੇਟ ਕਾਲਜਾਂ ਤੱਕ ਜਾਂ ਪ੍ਰਾਈਵੇਟ ਜਿਹੜੇ ਵੀ ਵਿੱਦਿਅਕ ਅਦਾਰੇ ਖੁੱਲ੍ਹੇ ਨੇ, ਥਾਂ-ਥਾਂ ਸੜਕਾਂ 'ਤੇ ਖੁੱਲ੍ਹੇ ਹੋਏ ਨੇ ਤੇ ਉਹ ਬਹੁਤ ਪੈਸਾ ਲੈ ਰਹੇ ਨੇ ਨੌਜਵਾਨਾਂ ਤੋਂ। ਉਹਨਾਂ ਸਿਆਸੀ ਪਾਰਟੀਆਂ ਨੇ ਨੌਜਵਾਨਾਂ ਦੇ ਵਿੰਗ ਬਣਾਉਣੇ ਸ਼ੁਰੂ ਕਰ ਦਿੱਤੇ ਨੇ ਆਪਣੇ, ਤੇ ਉਹਨਾਂ ਵਿੱਚ ਪ੍ਰਧਾਨਗੀਆਂ ਦੇ ਕੇ, ਉਹਨਾਂ ਨੂੰ ਹੋਰ ਅਹੁਦੇ ਦੇ ਕੇ, ਤੇ ਨੌਜਵਾਨ ਉੱਧਰ ਵੀ ਰੁਲਿਆ, ਇੱਕ ਤਰ੍ਹਾਂ ਮੈਨੂੰ ਤਾਂ ਉਹ ਰੁਲਿਆ ਹੀ ਜਾਪਦਾ ਹੈ। ਤੇ ਤੁਸੀਂ ਇਹ ਮੰਨਦੇ ਹੋ ਕਿ ਇਹ ਵੀ ਉਹਨਾਂ ਨੂੰ, ਉਹਨਾਂ ਦੀ ਸ਼ਕਤੀ ਨੂੰ ਥੜਕਾਉਣ ਦਾ ਇੱਕ ਤਰੀਕਾ ਆ? ਬਿਲਕੁਲ। ਜਿਹੜਾ ਇਹ ਪੂਰੀ ਗਿਣੀ ਮਿਥੀ ਸਾਜ਼ਿਸ਼ ਤਹਿਤ ਜਿਹੜਾ ਕਾਲਜਾਂ ਦੇ ਵਿੱਚ, ਸਕੂਲਾਂ ਤੱਕ ਜਿਹੜੇ ਆਪਦੇ ਨਸ਼ੇ ਦੀ ਸਪਲਾਈ ਲਈ, ਉਹਨਾਂ ਨੌਜਵਾਨਾਂ ਨੂੰ ਆਪਣੇ ਇਲੈਕਸ਼ਨ ਦੇ ਵਿੱਚ ਬੂਥ ਕੈਪਚਰਿੰਗ ਦੇ ਲਈ ਤੇ ਜਿਹੜੇ ਮਾੜੇ ਚੰਗੇ ਕੰਮ ਨੇ, ਕੋਈ ਕਬਜ਼ਿਆਂ ਨੂੰ ਲੈ ਕੇ ਉਸ ਤਰ੍ਹਾਂ ਦੇ ਜਿਹੜੇ ਗੈਂਗ ਤਿਆਰ ਕਰਨ ਦੇ ਲਈ ਉਹ ਪੂਰੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ। ਵੱਖਰੇ ਵੱਖਰੇ ਉਹ ਰਾਜਨੀਤਿਕ ਜਿਹੜੀਆਂ ਰੂਲਿੰਗ ਕਲਾਸ ਪਾਰਟੀਆਂ ਨੇ, ਉਹਨਾਂ ਨੇ ਆਪਣੇ ਵਿੰਗ ਬਣਾ ਕੇ ਉਹਨਾਂ ਦਾ, ਅਸੀਂ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਉਹਨਾਂ ਦੀ ਗੁੰਡਾਗਰਦੀ ਦੇ ਕਾਰਨਾਮੇ ਨੇ ਉਹ ਵੀ ਸਾਹਮਣੇ ਆਏ ਨੇ। ਪਰ ਉਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਅੱਜ ਵੀ ਜਿਹੜੇ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਲੋਕ ਨੇ ਉਹ ਵੀ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ। ਉਹ ਭਾਵੇਂ ਉਹ ਕਾਲਜ ਦੀਆਂ ਫੀਸਾਂ ਦਾ ਮਸਲਾ ਹੋਵੇ, ਭਾਵੇਂ ਇੱਥੋਂ ਦੀ ਰਾਜਨੀਤੀ ਦਾ ਮਸਲਾ ਹੋਵੇ, ਉਹਦੇ ਉੱਤੇ ਸਮੇਂ-ਸਮੇਂ ਤੇ ਉਹ ਜਿਹੜੀਆਂ ਭਗਤ ਸਿੰਘ ਦੀਆਂ ਵਿਚਾਰਧਾਰਾ ਵਾਲੀਆਂ ਜਥੇਬੰਦੀਆਂ ਨੇ ਉਹ ਵੀ ਜਿਹੜਾ ਪਹਿਰਾ ਦੇ ਰਹੀਆਂ ਨੇ। ਭਾਵੇਂ ਉਹ ਉਹਨਾਂ ਰੂਲਿੰਗ ਕਲਾਸ ਪਾਰਟੀਆਂ ਨੇ ਆਪਣੇ ਵੱਲੋਂ ਪੂਰਾ ਇਹ ਜ਼ੋਰ ਲਾਇਆ ਕਿ ਇੱਕ ਫਲੈਕਸ ਲਾ ਕੇ ਉਹਦੇ ਉੱਤੇ ਫੋਟੋਆਂ ਲਾ ਕੇ ਉੱਥੇ ਤੱਕ ਜਿਹੜਾ ਨੌਜਵਾਨੀ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕੀਤੀ ਆ, ਪਰ ਅੱਜ ਉਹ ਉਸ ਗੱਲ ਤੋਂ ਜਿਹੜਾ ਮੋੜਾ ਇੱਕ ਵਾਰ ਫੇਰ ਪਿਆ ਤੇ ਉਹ ਨੌਜਵਾਨ ਜਿਹੜਾ ਇਕੱਲਾ ਪੋਸਟਰਾਂ ਦੇ ਉੱਤੇ ਪ੍ਰਧਾਨ ਲਿਖਾ ਕੇ ਆਪਦੇ ਆਪ ਨੂੰ ਸਵੈ ਸੰਤੁਸ਼ਟੀ ਦਿਵਾਉਂਦਾ ਸੀ, ਅੱਜ ਉਹ ਉਹਨਾਂ ਧਰਨਿਆਂ ਦਾ ਜਿਹੜਾ ਹਿੱਸਾ ਬਣ ਰਿਹਾ ਤੇ ਇਹ ਸਾਡੀ ਆਉਣ ਵਾਲੀ ਮੂਵਮੈਂਟ ਦੇ ਲਈ ਇੱਕ ਸ਼ੁਭ ਸੰਕੇਤ ਆ। ਤੇ ਕੀ ਨੌਜਵਾਨਾਂ ਦੀਆਂ ਜਿਹੜੇ ਇਹ ਵੱਖ-ਵੱਖ ਧਿਰਾਂ, ਕੁਛ ਤਾਂ ਲੋਕ ਪੱਖੀ ਧਿਰਾਂ ਨੇ, ਕੁਛ ਸਿਆਸੀ ਧਿਰਾਂ ਨੇ, ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਉਹਨਾਂ ਦੇ ਤੋੜ ਬਣਦੀਆਂ ਨੇ ਸਿਆਸੀ ਧਿਰਾਂ ਵੱਲੋਂ, ਜੋ ਨੌਜਵਾਨਾਂ ਨੂੰ ਆਪਣਾ ਖਾਜਾ ਬਣਾਇਆ ਜਾ ਰਿਹਾ ਹੈ, ਆਪਣੇ ਮਾੜੇ ਚੰਗੇ ਕੰਮਾਂ ਦੇ ਵਿੱਚ ਉਹਨਾਂ ਨੂੰ ਮੂਹਰੇ ਕੀਤਾ ਜਾ ਰਿਹਾ, ਤੇ ਤਾਂ ਕਿ ਲੋੜ ਆਉਣ ਤੇ ਉਹਨਾਂ ਨੂੰ ਕ੍ਰਿਮੀਨਲ ਵੀ ਸਾਬਤ ਕੀਤਾ ਜਾ ਸਕੇ? ਕੁਝ ਇਸ ਤਰ੍ਹਾਂ ਦਾ ਕੰਮ ਕਰਨ ਦਾ ਅੰਦਾਜ਼ ਹੋ ਗਿਆ ਸਿਆਸੀ ਪਾਰਟੀਆਂ ਦਾ, ਤੇ ਉਹਨਾਂ ਦਾ ਜਿਹੜਾ ਤੋੜ ਬਣ ਰਹੀਆਂ ਨੇ ਲੋਕ ਪੱਖੀ ਧਿਰਾਂ ਨੇ, ਜਿਸ ਤਰ੍ਹਾਂ ਜਿਵੇਂ ਤੁਸੀਂ ਖੁਦ ਵੀ ਆਪ ਇੱਕ ਉਸੇ ਕਮੇਟੀ ਦੇ ਪ੍ਰਧਾਨ ਹੋ, ਕੀ ਇਹ ਲੋਕ ਪੱਖੀ ਧਿਰਾਂ ਕੋਈ ਸਕੂਲਿੰਗ ਤੇ ਇਹਨਾਂ ਦੀ ਕੰਡੀਸ਼ਨਿੰਗ ਕਰ ਰਹੀਆਂ ਨੇ, ਕੋਈ ਟ੍ਰੇਨਿੰਗ ਯੂਥ ਦੀ ਪੇਂਡੂ ਪੱਧਰ ਤੇ ਜਾਂ ਛੋਟੇ ਸ਼ਹਿਰ ਤੇ ਕਸਬਿਆਂ ਦੇ ਪੱਧਰ ਤੇ, ਜਿਹੋ ਜਿਹੀ ਕਿ ਉਹਨਾਂ ਲਈ ਹੋਣੀ ਬਹੁਤ ਜ਼ਰੂਰੀ ਹੈ? ਬਿਲਕੁਲ। ਇਹਦੇ ਲਈ ਜਿਹੜੀਆਂ ਲੋਕ ਪੱਖੀ ਧਿਰਾਂ ਨੇ ਉਹ ਹਰ ਪੱਖ ਤੋਂ ਜਿਹੜਾ ਉਹਨਾਂ ਨੌਜਵਾਨਾਂ ਨੂੰ ਚੇਤਨ ਕਰਨ ਦੇ ਲਈ ਆਪਣਾ ਜਿਹੜਾ ਜਿੰਨੀ ਸਮਰੱਥਾ ਉਹਦੇ ਤੋਂ ਵੱਧ ਜ਼ੋਰ ਲਾ ਰਹੀਆਂ ਨੇ। ਭਾਵੇਂ ਜੇ ਅਸੀਂ ਅੱਜ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਹਾਂ ਕਿ ਉਹ ਇੱਕ ਪੜ੍ਹਨ ਲਿਖਣ ਵਾਲਾ, ਇੱਕ ਚਿੰਤਨ ਕਰਨ ਵਾਲਾ ਜਿਹੜਾ ਨੌਜਵਾਨ ਸੀ, ਤੇ ਪੰਜਾਬ ਦਾ ਅੱਜ ਜਿਹੜਾ ਕਲਚਰ ਜਦੋਂ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਜਿਹੜਾ ਇੱਕ ਪੜ੍ਹਨ ਦਾ ਰੁਝਾਨ ਆ ਉਹ ਘਟਿਆ, ਉਹਨੇ ਕਿਤੇ ਨਾ ਕਿਤੇ ਉਹ ਨੌਜਵਾਨੀ ਆ ਜਿਹੜੀ ਉਹਨੂੰ ਇਸ ਵਿਰਾਸਤ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਅੱਜ ਫੇਰ ਜਿਹੜੇ ਉਹ ਲੋਕ ਨੇ, ਉਹ ਨੌਜਵਾਨ ਨੇ, ਦੁਬਾਰਾ ਫੇਰ ਉਸ ਵਿਚਾਰਧਾਰਾ ਦੇ ਨਾਲ ਜੁੜ ਰਹੇ ਨੇ।
ਔਰ ਇਸ ਗੱਲ ਨੂੰ ਬਿਲਕੁਲ ਅਸੀਂ ਸਪਸ਼ਟ ਕਹਿ ਸਕਦੇ ਹਾਂ ਕਿ ਆਪਣੇ ਹਿੱਤਾਂ ਲਈ ਵਰਤਣ ਦੇ ਲਈ ਜਿੰਨੀਆਂ ਵੀ ਰੂਲਿੰਗ ਕਲਾਸ ਪਾਰਟੀਆਂ ਨੇ, ਉਹਨਾਂ ਦੇ ਜਿਹੜੇ ਐਮਐਲਏ ਨੇ, ਉਹ ਸ਼ਰਾਬਾਂ ਦੀ ਵਿਕਰੀ ਦੇ ਲਈ ਅਸੀਂ ਆਪਣੇ ਹਲਕਿਆਂ ਦੇ ਵਿੱਚ ਦੇਖਦੇ ਹਾਂ। ਇੱਥੋਂ ਤੱਕ ਕਿ ਜਿਹੜੇ ਉਹਨਾਂ ਦੇ ਕੋਈ ਮੈਂਬਰ ਪੰਚਾਇਤ ਜਾਂ ਐਮਸੀ ਬਣਦੇ ਨੇ, ਉਹਨਾਂ ਨੂੰ ਵੀ ਇੱਕ ਕੋਟਾ ਲਾਇਆ ਜਾਂਦਾ ਕਿ ਤੁਸੀਂ ਇੰਨੀ ਸ਼ਰਾਬ ਦੀ ਜਿਹੜੀ ਵਿਕਰੀ ਆ ਉਹ ਕਰਨੀ ਆ। ਉਸ ਪਾਸੇ ਵੱਲ ਨੂੰ ਧੱਕਣ ਦੀ ਕੋਸ਼ਿਸ਼ ਕਰਦੇ ਨੇ, ਕਿਉਂਕਿ ਬੇਰੁਜ਼ਗਾਰ ਨੌਜਵਾਨ, ਉਹਦੇ ਕੋਲ ਜਦੋਂ ਕੋਈ ਹੋਰ ਰਾਹ ਨਹੀਂ ਹੁੰਦਾ ਤਾਂ ਉਹ ਇਸ ਪਾਸੇ ਵੱਲ ਜਾਂਦਾ। ਪਰ ਹੁਣ ਇੱਥੋਂ ਦੀਆਂ ਜਿਹੜੀਆਂ ਲੋਕ ਪੱਖੀ ਲਹਿਰਾਂ ਨੇ, ਉਹਨਾਂ ਨੇ ਇੱਕ ਵਾਰ ਫੇਰ ਇਸ ਗੱਲ ਨੂੰ ਮੋੜਾ ਦੇਣ ਦੇ ਵਿੱਚ ਆਪਦੀ ਸਫਲਤਾ ਲਈ ਆ ਕਿ ਜਿਹੜਾ ਨੌਜਵਾਨ ਉਹਨਾਂ ਲੀਡਰਾਂ ਦੇ ਪਿੱਛੇ ਲੱਗਿਆ ਹੁੰਦਾ ਸੀ, ਅੱਜ ਉਹਨਾਂ ਨੂੰ ਸਵਾਲ ਕਰ ਰਿਹਾ ਤੇ ਅੱਜ ਉਹ ਸੰਘਰਸ਼ਾਂ ਦੇ ਮੈਦਾਨ ਦਾ ਹਿੱਸਾ ਬਣ ਗਿਆ। ਤੁਹਾਡਾ ਮਤਲਬ ਤੁਸੀਂ ਕਹਿਣਾ ਇਹ ਚਾਹੁੰਦੇ ਹੋ ਕਿ ਜਿਹੜੀ ਸਾਡੀ ਪੇਂਡੂ ਸਭਿਅਤਾ ਆ ਜਾਂ ਕਸਬੇ ਦੀ, ਛੋਟੇ ਸ਼ਹਿਰ ਦੀ ਇੱਕ ਸਿਵਲਾਈਜੇਸ਼ਨ ਹੈ, ਉਹਨੂੰ ਨਵੇਂ ਸਿਰਿਓਂ ਮਜ਼ਬੂਤ ਕਰਨਾ ਪਏਗਾ, ਪੱਕੇ ਪੈਰੀਂ ਕਰਨਾ ਪਏਗਾ, ਲੀਡਰਸ਼ਿਪ ਮਜ਼ਬੂਤ ਹੋਣੀ ਚਾਹੀਦੀ ਹੈ ਲੋਕ ਪੱਖੀ। ਬਿਲਕੁਲ, ਇਹ ਜਿੰਨੀ ਸਾਡੀ ਮਤਲਬ ਇਨਕਲਾਬੀ ਵਿਚਾਰਧਾਰਾ ਉਹਨਾਂ ਨੌਜਵਾਨਾਂ ਤੱਕ ਜਾਊਗੀ, ਕਿਉਂਕਿ ਸਾਡੇ ਕੋਲੇ ਜਿਹੜੇ ਸਾਧਨ ਨੇ ਸੀਮਤ ਨੇ। ਇੱਥੋਂ ਦਾ ਮੀਡੀਆ ਜਿਹੜਾ ਸਾਮਰਾਜੀ ਕੰਪਨੀਆਂ ਦੀ ਜਿਹੜੀ ਦਲਾਲੀ ਕਰਦਾ, ਔਰ ਤੁਸੀਂ ਦੇਖਿਆ ਹੋਣਾ ਵੀ ਜਿੰਨੇ ਵੱਡੇ ਸੰਘਰਸ਼ ਹੋਏ ਨੇ, ਉਹਨਾਂ ਦੀ ਬਜਾਏ ਉਹਨਾਂ ਨੇ ਹੋਰ ਹੀ ਮੁੱਦੇ ਨੇ ਜਿਹੜੇ ਉਹ ਟੀਵੀ ਚੈਨਲਾਂ ਦੇ ਉੱਤੇ ਰੱਖੇ ਨੇ। ਇਸ ਕਰਕੇ ਇਹ ਕਿਤੇ ਨਾ ਕਿਤੇ ਜਿਹੜੀ ਸਮੱਸਿਆ ਬਣੀ ਸੀ ਵੀ ਉਹ ਜਿਹੜੀ ਚੀਜ਼ ਇਹਨਾਂ ਦੇ ਨੌਜਵਾਨਾਂ ਤੱਕ ਪਹੁੰਚਾਈ ਜਾਣੀ ਚਾਹੀਦੀ ਸੀ, ਉਸ ਟੀਵੀ ਚੈਨਲਾਂ ਰਾਹੀਂ, ਉਸ ਖਪਤ ਸੱਭਿਆਚਾਰ ਰਾਹੀਂ, ਉਹ ਮੀਡੀਆ ਰਾਹੀਂ ਉਹਨਾਂ ਨੇ ਉਹਨੂੰ ਪਹੁੰਚਾਉਣ 'ਚ ਰੋਕਣ ਦੇ ਵਿੱਚ ਇੱਕ ਵੱਡਾ ਰੋਲ ਅਦਾ ਕੀਤਾ। ਪਰ ਜੇ ਇੱਥੋਂ ਦੀਆਂ ਜਿਹੜੀਆਂ ਲੋਕ ਪੱਖੀ ਤਾਕਤਾਂ ਨੇ ਉਹ ਮਜ਼ਬੂਤ ਹੋ ਕੇ ਪਿੰਡ ਪੱਧਰ ਤੱਕ ਇਸ ਗੱਲ ਦਾ ਜਿਹੜਾ ਵਿਚਾਰ ਆ, ਭਗਤ ਸਿੰਘ ਦੀ ਉਹ ਵਿਚਾਰਧਾਰਾ, ਉਹਨੂੰ ਲੈ ਕੇ ਜਾਣਗੀਆਂ, ਤਾਂ ਇਹ ਲਾਜ਼ਮੀ ਆ ਕਿ ਇੱਥੋਂ ਦਾ ਨੌਜਵਾਨ ਆ ਜਿਹੜਾ ਉਹ ਇਸ ਭਗਤ ਸਿੰਘ ਦੀ ਵਿਚਾਰਧਾਰਾ ਦੇ ਉੱਤੇ ਪਹਿਰਾ ਦਊਗਾ। ਔਰ ਅੱਜ ਇਸ ਚੀਜ਼ ਦਾ ਸਿੱਟਾ ਕਿ ਜਦੋਂ ਕਿਸਾਨਾਂ ਦੀ ਲਹਿਰ ਬਣੀ ਆ ਤਾਂ ਉਹ ਨੌਜਵਾਨ ਜਿਹੜਾ ਕਦੇ ਧਰਨਿਆਂ ਤੋਂ ਕੋਹਾਂ ਦੂਰ ਦੇਖਿਆ ਜਾਂਦਾ ਸੀ, ਜਿਹਦੀ ਬਿਲਕੁਲ ਇਹ ਕਿਹਾ ਜਾਂਦਾ ਸੀ ਕਿ ਕਿਸਾਨ ਜਥੇਬੰਦੀਆਂ ਸਿਰਫ ਬਜ਼ੁਰਗਾਂ ਦੀਆਂ ਨੇ, ਅੱਜ ਉਹ ਅਸੀਂ ਅੱਖੀਂ ਦੇਖ ਸਕਦੇ ਹਾਂ ਕਿ ਉਹ ਨੌਜਵਾਨ ਇਹਨਾਂ ਸੰਘਰਸ਼ਾਂ ਦਾ ਹਿੱਸਾ ਨੇ। ਤੇ ਇਸ ਕਰਕੇ ਇਹ ਸਾਫ਼ ਆ ਗੱਲ ਕਿ ਜਿੰਨੀ ਸਾਡੀ ਪਕੜ ਹੋਊਗੀ, ਜਿੰਨੀ ਅਸੀਂ ਗੱਲ ਜਿਹੜੀਆਂ ਲੋਕ ਪੱਖੀ ਜਥੇਬੰਦੀਆਂ ਨੌਜਵਾਨਾਂ ਤੱਕ ਲਿਜਾਣ 'ਚ ਸਫਲ ਹੋਵਾਂਗੇ, ਉਨੀ ਵੱਡੀ ਗਿਣਤੀ ਨੌਜਵਾਨਾਂ ਦੀ ਜਿਹੜੀ ਆ ਉਹ ਇਸ ਵਿਚਾਰਧਾਰਾ ਨਾਲ ਜੁੜ ਕੇ ਸੰਘਰਸ਼ਾਂ ਦੇ ਮੈਦਾਨਾਂ 'ਚ ਹੋਊ। ਤੁਸੀਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਹੋ ਤੇ ਤੁਸੀਂ ਪਿੰਡ ਪੱਧਰ ਤੇ ਇਹ ਜਾਗਰੂਕਤਾ ਪੈਦਾ ਕਰ ਰਹੇ ਹੋ ਕਿ ਪਿੰਡ ਦੇ ਦਲਿਤਾਂ ਦੀ ਤੇ ਹਾਸ਼ੀਏ ਤੇ ਧੱਕੇ ਹੋਏ ਲੋਕਾਂ ਦੀ ਪਿੰਡ ਦੀ ਸਾਂਝੀ ਜ਼ਮੀਨ ਵਿੱਚ ਉਨੀ ਹੀ ਹਿੱਸੇਦਾਰੀ ਬਣਦੀ ਹੈ ਜਿੰਨੀ ਕਿ ਪਿੰਡ ਦੇ ਬਾਕੀ ਲੋਕਾਂ ਦੀ ਹੈ। ਤੇ ਇਹ ਤੁਹਾਡਾ ਇਹ ਸੰਘਰਸ਼ ਕਿਵੇਂ ਚੱਲਦਾ ਹੈ ਤੇ ਇਹਦੇ ਵਿੱਚ ਤੁਸੀਂ ਭਗਤ ਸਿੰਘ ਨੂੰ ਕਿੰਨਾ ਕੁ ਹਾਜ਼ਰ ਨਾਜ਼ਰ ਜਾਣਦੇ ਹੋ? ਬਿਲਕੁਲ, ਜਦੋਂ ਉਸ ਸਮੇਂ ਦੇ ਵਿੱਚ ਜਾਤ ਦੇ ਨਾਂ ਦੇ ਉੱਤੇ ਜਿਹੜਾ ਦਲਿਤਾਂ ਦੇ ਨਾਲ ਧੱਕਾ ਹੁੰਦਾ ਸੀ, ਤਾਂ ਉਸ ਸਮੇਂ ਭਗਤ ਸਿੰਘ ਨੇ ਕਿਹਾ ਸੀ ਕਿ ਜੇ 30 ਕਰੋੜ ਦੀ ਆਬਾਦੀ ਦੇ ਵਿੱਚ 6 ਕਰੋੜ ਲੋਕਾਂ ਨੂੰ ਅਛੂਤ ਮੰਨਿਆ ਜਾਊਗਾ ਤਾਂ ਅਸੀਂ ਆਪਣੀ ਲੜਾਈ ਆ ਜਿਹੜੀ ਉਹ ਕਦੇ ਵੀ ਜਿੱਤ ਨਹੀਂ ਪਾਵਾਂਗੇ। ਔਰ ਉਹਨਾਂ ਨੇ ਇਹਦੀ ਬੜੀ ਸਪਸ਼ਟ ਉਦਾਹਰਨ ਦਿੱਤੀ ਸੀ ਕਿ ਸਾਡਾ ਦੇਸ਼ ਆ ਜਿਹੜਾ ਉਹ ਅਖੌਤੀ ਰੱਬ ਦੀ ਅਧਿਆਤਮਵਾਦੀ ਵਿਚਾਰਧਾਰਾ ਦੇ ਵਿੱਚ ਇੰਨਾ ਜਕੜਿਆ ਹੋਇਆ ਕਿ ਅਸੀਂ ਮਨੁੱਖ ਨੂੰ ਮਨੁੱਖ ਦਾ ਦਰਜਾ ਦੇਣ ਤੋਂ ਜਿਹੜਾ ਝਿਜਕਦੇ ਹਾਂ। ਔਰ ਉਹਨਾਂ ਨੇ ਇਹਦੀ ਬੜੀ ਸਪਸ਼ਟ ਉਦਾਹਰਨ ਦਿੱਤੀ ਕਿ ਇੱਕ ਕੁੱਤਾ ਜਿਹੜਾ ਸਾਡੇ ਚੌਂਕੇ ਤੇ ਜਾ ਸਕਦਾ, ਸਾਡੀ ਗੋਦ ਦੇ ਵਿੱਚ ਬੈਠ ਸਕਦਾ, ਪਰ ਦੂਜੇ ਪਾਸੇ ਜਿਨ੍ਹਾਂ ਨੂੰ ਅਛੂਤ ਕਿਹਾ ਜਾ ਰਿਹਾ, ਨੀਵੀਂ ਜਾਤੀ ਦੇ ਕਿਹਾ ਜਾ ਰਿਹਾ, ਉਹਨਾਂ ਦੇ ਹੱਥ ਨਾਲ ਜਿਹੜੇ ਸਾਡੇ ਲੋਕ ਨੇ ਉਹ ਪਿੱਟੇ ਜਾਂਦੇ ਨੇ, ਤਾਂ ਇਹ ਬੜੀ ਸ਼ਰਮ ਦੀ ਗੱਲ ਆ। ਔਰ ਉਹਨਾਂ ਨੇ ਉਸ ਸਮੇਂ ਇਹ ਗੱਲ ਬੜੀ ਸਪਸ਼ਟ ਕਹੀ ਸੀ ਕਿ ਜੇ ਅੱਜ ਇੱਥੋਂ ਦੇ ਲੋਕ, ਸਾਡੇ ਭਾਰਤ ਦੇ ਵਾਸੀ, ਆਪਣੀ ਜਿਹੜੇ ਲੋਕਾਂ ਤੋਂ ਇਸ ਗੁਲਾਮੀ ਦਾ ਜਿਹੜਾ ਦਰਦ ਆ ਉਹ ਹੰਢਾ ਰਹੇ ਨੇ, ਤਾਂ ਸਾਡੇ ਲੋਕਾਂ ਨੂੰ ਸਾਮਰਾਜ ਦੀ ਆਜ਼ਾਦੀ ਦੀ ਗੱਲ ਆ ਜਿਹੜੀ ਉਹ ਨਹੀਂ ਕਰਨੀ ਚਾਹੀਦੀ। ਫਿਰ ਉਹ ਸਾਡੇ ਵਾਸਤੇ ਸ਼ਰਮ ਦੀ ਗੱਲ ਆ। ਔਰ ਉਹ ਗੱਲ ਅੱਜ ਵੀ ਬਿਲਕੁਲ ਉਹਨਾਂ ਦੀ ਵਿਚਾਰਧਾਰਾ ਇੱਥੇ ਲਾਗੂ ਹੁੰਦੀ ਆ ਵੀ ਜਦੋਂ ਪਿੰਡਾਂ ਦੇ ਵਿੱਚ ਤੀਜੇ ਹਿੱਸੇ ਦੀ ਜ਼ਮੀਨ ਨੂੰ ਲੈ ਕੇ ਦਲਿਤਾਂ ਨੇ ਘੋਲ ਸ਼ੁਰੂ ਕੀਤੇ, ਤਾਂ ਪਿੰਡਾਂ ਦੇ ਵਿੱਚ ਅਖੌਤੀ ਜਿਹੜੀ ਜਾਤ ਦੇ ਨਾਂ ਦੇ ਉੱਤੇ ਉਹਨਾਂ ਦੇ ਬਾਈਕਾਟ ਵੀ ਹੋਏ, ਉਹਨਾਂ ਦੇ ਨਾਲ ਕੁੱਟਮਾਰ ਵੀ ਹੋਈ। ਔਰ ਇਹ ਸਾਰੀ ਜਿਹੜੀ ਸਥਿਤੀ ਆ ਉਹ ਇੱਥੋਂ ਦੀਆਂ ਹਾਕਮ ਧਿਰਾਂ, ਉਹ ਪਿੰਡਾਂ ਦੇ ਜਿਹੜੇ ਘੜਮ ਚੌਧਰੀ ਨੇ, ਉਹ ਆਪਦੀ
ਇਹਨਾਂ ਲੋਕਾਂ ਦੇ ਉੱਤੇ ਦਾਅਵੇ ਨੂੰ ਬਣਾਈ ਰੱਖਣ ਦੇ ਲਈ ਇੱਥੋਂ ਦੀ ਜਿਹੜੀ ਕਿਸਾਨੀ ਆ ਉਹਨੂੰ ਜਾਤ ਦੇ ਨਾਂ ਦੇ ਉੱਤੇ ਅੱਜ ਵੀ ਜਿਹੜਾ ਉਹ ਗੁੰਮਰਾਹ ਕਰਕੇ ਉਹਨਾਂ ਨੂੰ ਪਾੜਨ ਦੀ ਕੋਸ਼ਿਸ਼ ਕਰਦੇ ਨੇ। ਅੱਜ ਵੀ ਉਹ ਜਾਤ ਦੇ ਨਾਂ ਦੇ ਉੱਤੇ ਜਿਹੜਾ ਪੱਤਾ ਖੇਡਣ ਵਾਲੇ ਲੋਕ ਨੇ, ਉਹ ਭਾਵੇਂ ਸਾਡੇ ਦਲਿਤ ਸਮਾਜ ਦੇ ਲੋਕ ਨੇ, ਭਾਵੇਂ ਉਹ ਦੂਜੇ ਜਰਨਲ ਦੇ ਨੇ, ਉਹ ਦੋਨਾਂ ਦੇ ਵਿੱਚ ਮੌਜੂਦ ਨੇ, ਜਿਹਦੇ ਵਿੱਚ ਸਾਫ਼ ਆ ਕਿ ਕੁਝ ਲੋਕ ਜਿਹੜੇ ਜਾਤ ਦੇ ਨਾਂ ਤੇ ਰਾਜਨੀਤੀ ਕਰਦੇ ਨੇ, ਇੱਕ ਖਾਸ ਦਲਿਤ ਵਰਗ ਨੂੰ ਆਪਦੀ ਜਿਹੜੀ ਵੋਟ ਬੈਂਕ ਆ ਉਹ ਬਣਾਉਣ ਦੇ ਲਈ ਉਸ ਜਾਤੀ ਪ੍ਰਬੰਧ ਨੂੰ ਮਜ਼ਬੂਤ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਉੱਥੇ ਜਿਹੜੇ ਅਖੌਤੀ ਆਪਦੇ ਆਪ ਨੂੰ ਉੱਚ ਜਾਤੀ ਦੇ ਕਹਾਉਂਦੇ ਨੇ, ਉਹ ਚੌਧਰੀ ਵੀ ਇਸ ਗੱਲ ਨੂੰ ਵਰਤਣ ਦੇ ਲਈ ਕਿ ਇਹ ਲੋਕ ਉੱਪਰ ਨਾ ਉੱਠਣ, ਉਹ ਵੀ ਜਿਹੜਾ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਇਸ ਪਾੜੇ ਨੂੰ ਮਜ਼ਬੂਤ ਕਰਨ ਦੇ ਲਈ ਆਪਦੀ ਜਿਹੜੀ ਗੇਮ ਆ ਉਹ ਸਮੇਂ-ਸਮੇਂ ਤੇ ਲਾਉਂਦੇ ਨੇ। ਪਰ ਅੱਜ ਉਹਨਾਂ ਦੀਆਂ ਚਾਲਾਂ ਦੇ ਖਿਲਾਫ, ਇਹਨਾਂ ਨੀਤੀਆਂ ਦੇ ਖਿਲਾਫ ਜਿਹੜੇ ਕਿਸਾਨ ਮਜ਼ਦੂਰ ਦਾ ਏਕਾ ਜਿਹੜਾ ਉਹ ਮਜ਼ਬੂਤ ਹੋ ਕੇ ਉੱਭਰ ਰਿਹਾ, ਉਹ ਬਿਲਕੁਲ ਸਾਫ਼ ਆ ਜਿਹੜਾ ਉਹ ਸੰਘਰਸ਼ ਦੇ ਮੈਦਾਨਾਂ 'ਚ ਅੱਜ ਦੇਖਿਆ ਜਾ ਸਕਦਾ। ਜਿਸ ਤਰ੍ਹਾਂ ਅੱਜ ਕਿਸਾਨ ਸੰਘਰਸ਼ ਕਰ ਰਹੇ ਨੇ, ਨਵੇਂ ਖੇਤੀ ਕਾਨੂੰਨਾਂ ਕਰਕੇ ਭਾਵੇਂ ਹਾਲ ਦੀ ਘੜੀ ਕਿਸਾਨ ਨੂੰ ਹੀ ਲੱਗ ਰਿਹਾ ਹੈ ਕਿ ਉਹਦਾ ਵੱਡਾ ਨੁਕਸਾਨ ਹੋਣਾ ਆ, ਤੇ ਉਹ ਇਸ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਪੂਰੇ ਮੁਲਕ ਦੇ ਆਮ ਲੋਕ ਪ੍ਰਭਾਵਿਤ ਹੋਣਗੇ ਇਹਨਾਂ ਕਾਨੂੰਨਾਂ ਕਰਕੇ, ਕਿਉਂਕਿ ਜ਼ਖੀਰੇਬਾਜ਼ੀ ਵੀ ਕਾਨੂੰਨੀ ਬਣਾ ਦਿੱਤੀ ਜਾ ਰਹੀ ਹੈ ਇੱਕ ਹਿਸਾਬ ਨਾਲ ਇਹਨਾਂ ਕਾਨੂੰਨਾਂ ਰਾਹੀਂ। ਇਹ ਕਿਸਾਨਾਂ ਦਾ ਕਹਿਣਾ ਆ। ਤੇ ਜਦੋਂ ਇਹੋ ਜਿਹੀ ਜ਼ਖੀਰੇਬਾਜ਼ੀ ਕਾਨੂੰਨੀ ਹੋ ਗਈ ਤਾਂ ਸੁਭਾਵਿਕ ਹੈ ਕਿ ਲੋਕਾਂ ਨੂੰ ਆਮ ਚੀਜ਼ਾਂ ਸੌਖੀਆਂ ਨਹੀਂ ਮਿਲਣਗੀਆਂ, ਜੇ ਮਿਲਣਗੀਆਂ ਤਾਂ ਮਹਿੰਗੀਆਂ ਮਿਲਣਗੀਆਂ, ਤੇ ਵੱਡੇ ਕਾਰਪੋਰੇਟ ਜਿਹੜੇ ਭਾਰਤ ਦੇ ਵੱਡੇ ਅਮੀਰ ਸੀ ਉਹਨਾਂ ਦੇ ਹੱਥ ਵਿੱਚ ਸਾਰਾ ਕੁਝ ਆ ਜਾਏਗਾ। ਤੇ ਇਹੋ ਜਿਹੇ ਦੌਰ ਵਿੱਚ ਕਿਸਾਨ ਤੇ ਕੁਝ ਮਜ਼ਦੂਰ ਜਥੇਬੰਦੀਆਂ ਜਾਂ ਕੁਝ ਕੁ ਮੁਲਾਜ਼ਮ ਉਹਨਾਂ ਦਾ ਸਾਥ ਦੇ ਰਹੇ ਨੇ, ਕੁਝ ਧਿਰਾਂ ਸਾਥ ਦੇ ਰਹੀਆਂ ਨੇ, ਹੌਲੀ ਹੌਲੀ ਬਾਕੀ ਧਿਰਾਂ ਵੀ ਆ ਰਹੀਆਂ ਨੇ। ਇਹੋ ਜਿਹੇ ਸਿਆਸੀ ਗਰਮੀ ਦੇ ਦੌਰਾਨ ਜਦੋਂ ਸੰਘਰਸ਼ਾਂ ਦੇ ਪਿੜ ਮਗੇ ਹੋਏ ਨੇ, ਤਾਂ ਤੁਸੀਂ ਕਿਸਾਨੀ ਨੂੰ ਕਿਹੋ ਜਿਹਾ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਇਸ ਵੇਲੇ ਅੱਜ ਇਹ ਵੱਡੀ ਜ਼ਰੂਰਤ ਹੈ ਕਿ ਉਹ ਆਪਣੇ ਪਿੰਡ ਦੇ ਦਲਿਤ ਤੇ ਦੱਬੇ ਕੁਚਲੇ ਭਾਈਚਾਰੇ ਨਾਲ ਕਿਸ ਤਰ੍ਹਾਂ ਇਕਜੁੱਟਤਾ ਦਰਸਾਉਣ, ਜਾਂ ਉਹ ਦੋਨੇ ਸਾਰੀਆਂ ਧਿਰਾਂ ਇਕਜੁੱਟ ਹੋਣ। ਤੁਸੀਂ ਕੁਝ ਇਹਨਾਂ ਨੂੰ ਕਹੋਗੇ? ਬਿਲਕੁਲ, ਦੇਖੋ ਇਹਨਾਂ ਆਰਡੀਨੈਂਸਾਂ ਤੋਂ ਪਹਿਲਾਂ, ਇਹਨਾਂ ਕਾਨੂੰਨਾਂ ਤੋਂ ਪਹਿਲਾਂ, ਜਦੋਂ ਲਾਕਡਾਊਨ ਸੀ ਤੇ ਬਾਹਰੋਂ ਜਿਹੜੀ ਪ੍ਰਵਾਸੀ ਲੇਬਰ ਨਹੀਂ ਆਈ ਸੀ, ਉਸ ਸਮੇਂ ਜਿਹੜਾ ਰੇਟ ਦੇ ਮਸਲੇ ਨੂੰ ਲੈ ਕੇ, ਝੋਨਾ ਲਾਉਣ ਦੇ ਰੇਟ ਦੇ ਮਸਲੇ ਨੂੰ ਲੈ ਕੇ ਬੜਾ ਵੱਡਾ ਵਿਵਾਦ ਆ ਜਿਹੜਾ ਉਹ ਖੜਾ ਹੋਇਆ। ਪਿੰਡਾਂ ਦੇ ਵਿੱਚ ਉਹ ਮਜ਼ਦੂਰ ਵਿਰੋਧੀ ਫਰਮਾਨ ਜਾਰੀ ਕੀਤੇ ਗਏ, ਮਤੇ ਪਾਏ ਗਏ। ਤਾਂ ਅਸੀਂ ਕਿਸਾਨ ਜਥੇਬੰਦੀਆਂ ਨੂੰ ਵੀ ਬਿਲਕੁਲ ਅਸੀਂ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਤੇ ਕਿਸਾਨਾਂ ਨੂੰ ਇਸ ਗੱਲ ਦੀ ਅਪੀਲ ਕਰ ਰਹੇ ਹਾਂ ਕਿ ਇਸ ਗੱਲ ਨੂੰ ਸਮਝਣ ਦੀ ਲੋੜ ਆ, ਉਸ ਦੁਸ਼ਮਣ ਨੂੰ ਪਛਾਣਨ ਦੀ ਲੋੜ ਆ ਜਿਹੜੇ ਸਾਡੇ ਪਾੜੇ ਨੂੰ ਵਰਤ ਕੇ ਆਪਦੀਆਂ ਨੀਤੀਆਂ ਨੂੰ ਇੱਥੇ ਲਾਗੂ ਕਰ ਰਹੇ ਨੇ। ਔਰ ਅੱਜ ਉਹਨਾਂ ਮਜ਼ਦੂਰਾਂ ਨੂੰ ਵੀ ਇਹ ਸਮਝਾਉਣ ਦੀ ਲੋੜ ਆ ਕਿ ਜਿੱਥੇ ਇਹ ਕਿਸਾਨਾਂ ਦੇ ਖਿਲਾਫ ਆਰਡੀਨੈਂਸ ਨੇ, ਉੱਥੇ ਜਦੋਂ ਇਹਨਾਂ ਕਾਨੂੰਨਾਂ ਤਹਿਤ ਮੰਡੀ ਬੋਰਡ ਨੇ ਖਤਮ ਹੋਣਾ, ਤਾਂ ਮੰਡੀਆਂ ਦੇ ਵਿੱਚ ਜਿਹੜੇ ਪੱਲੇਦਾਰ ਨੇ, ਜਿਹੜੇ ਮਜ਼ਦੂਰ 4 ਲੱਖ ਮਜ਼ਦੂਰ ਜਿਹੜਾ ਹਰ ਸਾਲ ਸੀਜ਼ਨ ਲਾਉਂਦਾ, ਝੋਨੇ ਤੇ ਜਿਹੜਾ ਕਣਕ ਦਾ ਸੀਜ਼ਨ ਲਾਉਂਦਾ ਮੰਡੀਆਂ ਦੇ ਵਿੱਚ, ਉਹਨੇ ਵੀ ਬੇਰੁਜ਼ਗਾਰ ਹੋਣਾ। ਟਰੱਕ ਆਪਰੇਟਰਾਂ ਨੇ ਵੀ ਬੇਰੁਜ਼ਗਾਰ ਹੋਣਾ। ਉਹਨਾਂ ਮੰਡੀਆਂ ਦੇ ਵਿੱਚ ਇਹਨਾਂ ਸੀਜ਼ਨਾਂ ਦੌਰਾਨ ਚਾਹ ਵੇਚਣ ਵਾਲੇ, ਫੂਸ ਦਾ ਕੰਮ ਕਰਨ ਵਾਲੇ ਜਿਹੜੇ ਆੜ੍ਹਤੀਏ ਨੇ, ਉਹਨਾਂ ਨੇ, ਆੜ੍ਹਤੀਆਂ ਕੋਲ ਕੰਮ ਕਰਦੇ ਮੁਨੀਮਾਂ ਨੇ, ਇਹ ਸਾਰੇ ਵਰਗਾਂ ਨੇ ਜਿੱਥੇ ਇਹਦੇ ਤੋਂ ਮਤਲਬ ਪਰੇਸ਼ਾਨ ਹੋਣਾ, ਉਹਨਾਂ ਦੇ ਉੱਤੇ ਅਸਰ ਹੋਣਾ। ਉੱਥੇ ਬਿਲਕੁਲ ਸਾਫ਼ ਆ ਕਿ ਜਿਹੜਾ ਵਪਾਰੀ ਵਰਗ ਆ ਉਹਨੇ ਵੀ ਜਿਹੜਾ ਉਸ ਪਾਸੇ ਜਾਣਾ, ਕਿਉਂਕਿ ਜੇ ਕਿਸਾਨਾਂ ਦੀ ਜੇਬ ਦੇ ਵਿੱਚ ਕੁਝ ਪੈਸਾ ਆਊਗਾ ਤਾਂ ਉਹਨਾਂ ਨੇ ਬਾਜ਼ਾਰ ਦੇ ਵਿੱਚ ਜਿਹੜੀਆਂ ਚੀਜ਼ਾਂ ਖਰੀਦਣੀਆਂ ਨੇ। ਤਾਂ ਉਹਨਾਂ ਵਪਾਰੀਆਂ ਦੇ ਉੱਤੇ ਵੀ ਜਿਹੜੀ ਗੱਲ ਤੁਸੀਂ ਕਹੀ ਆ ਕਿ ਜਿਹੜੀਆਂ ਜ਼ਰੂਰੀ ਵਸਤਾਂ ਦੇ ਵਿੱਚੋਂ ਇਹਨਾਂ ਨੇ ਇਹ ਆਲੂ, ਪਿਆਜ਼, ਸਾਰਾ ਕੁਝ ਹੀ ਜਿਹੜਾ ਉਹ ਆਪਦੇ ਤੋਂ ਬਾਹਰ ਕਰਤਾ, ਤਾਂ ਇਹ ਬਿਲਕੁਲ ਸਾਫ਼ ਆ ਜਦੋਂ ਜ਼ਖੀਰੇਬਾਜ਼ੀ ਨੂੰ ਜਿਹੜੀ ਆ ਉਹ ਖੁੱਲ੍ਹ ਦਿੱਤੀ ਜਾ ਰਹੀ ਆ, ਕਾਨੂੰਨੀ ਮਾਨਤਾ ਦਿੱਤੀ ਜਾ ਰਹੀ ਆ, ਤਾਂ ਉਸ ਮਹਿੰਗਾਈ ਦੀ ਮਾਰ ਆ ਜਿਹੜੀ ਉਹ ਹਰ ਵਰਗ ਨੂੰ ਪੈਣੀ ਆ। ਇਸ ਕਰਕੇ ਇਹ ਲੋੜ ਆ ਕਿ ਇਹ ਲੜਾਈ ਆ ਜਿਹੜੀ ਸਾਰਿਆਂ ਦੀ ਸਾਂਝੀ ਆ। ਔਰ ਸਾਨੂੰ ਜਿਹੜੀ ਕਿਸਾਨਾਂ ਨੂੰ ਵੀ ਇਸ ਗੱਲ ਦੀ ਜਿਹੜੀ ਅਸੀਂ ਠੋਕ ਕੇ ਅਪੀਲ ਕਰਦੇ ਹਾਂ ਕਿ ਇਸ ਗੱਲ ਤੋਂ ਗਰੇਜ਼ ਕਰਨਾ ਚਾਹੀਦਾ। ਮੌਕਾ ਇਹ ਬਣਦਾ ਸੀ ਕਿ ਜਦੋਂ ਝੋਨੇ ਦੇ ਰੇਟ ਨੂੰ ਲੈ ਕੇ ਰੌਲਾ ਪੈ ਰਿਹਾ ਸੀ, ਉਸ ਸਮੇਂ ਜਿਹੜੀ ਡੀਜ਼ਲ ਦੀ ਕੀਮਤ ਆ, ਪਾਕਿਸਤਾਨ ਦੇ ਵਿੱਚ ਉਹਦਾ ਰੇਟ ਆ ਜਿਹੜਾ ਉਹ 43 ਰੁਪਏ 47 ਰੁਪਏ ਘਟ ਜਾਂਦਾ,
ਤੇ ਦੂਜੇ ਪਾਸੇ ਸਾਡੇ ਦੇਸ਼ ਦੇ ਵਿੱਚ ਉਸੇ ਡੀਜ਼ਲ ਦਾ ਰੇਟ ਆ ਜਿਹੜਾ ਵੱਧਦਾ ਜਾਂਦਾ, ਜਦ ਕਿ ਉਹਦੀ ਅੰਤਰਰਾਸ਼ਟਰੀ ਕੀਮਤ ਆ ਉਹ ਬਿਲਕੁਲ ਥੱਲੇ ਆ ਜਾਂਦੀ ਆ। ਉਹਦੇ ਖਿਲਾਫ ਸਾਡੀ ਲੜਾਈ ਬਣਦੀ ਸੀ ਕਿਸਾਨਾਂ ਦੀ, ਪਰ ਉਸ ਦੇ ਖਿਲਾਫ ਬੋਲਣ ਦੀ ਬਜਾਏ ਉਹਨਾਂ ਨੇ ਜਿਹੜਾ ਉਹ ਮਜ਼ਦੂਰਾਂ ਨੂੰ ਟਾਰਗੇਟ ਕੀਤਾ। ਤਾਂ ਇਸ ਚਾਲ ਨੂੰ ਜਿਹੜਾ ਉਹ ਕਿਸਾਨੀ ਨੂੰ ਸਮਝਣ ਦੀ ਲੋੜ ਆ ਕਿ ਇਹਦੇ ਪਿੱਛੇ ਉਹਨਾਂ ਪਾਰਟੀਆਂ ਦੇ ਜਿਹੜੇ ਚੌਧਰੀ ਪਿੰਡਾਂ ਦੇ ਵਿੱਚ ਬੈਠੇ ਨੇ, ਉਹ ਧਨਾੜ ਲੋਕ, ਉਹ ਇਸ ਤਰ੍ਹਾਂ ਦੇ ਵਖਰੇਵੇਂ ਖੜੇ ਕਰਦੇ ਨੇ, ਇਸ ਤਰ੍ਹਾਂ ਦੀ ਚਾਲ ਚੱਲਦੇ ਨੇ ਤਾਂ ਜੋ ਕਿਸਾਨਾਂ ਤੇ ਮਜ਼ਦੂਰਾਂ ਦਾ ਜਿਹੜਾ ਏਕਾ ਨਾ ਬਣ ਸਕੇ। ਸੋ ਸਾਨੂੰ ਇਸ ਜਾਤ ਪਾਤ ਦੇ ਉੱਤੋਂ ਉੱਠ ਕੇ ਸਾਨੂੰ ਅੱਜ ਇਕੱਠੇ ਹੋਣ ਦੀ ਲੋੜ ਆ। ਔਰ ਬਿਲਕੁਲ ਸਾਫ਼ ਆ ਕਿ ਅੱਜ ਜਿਹੜੀਆਂ ਮੋਦੀ ਸਰਕਾਰ ਦੀਆਂ ਇਹ ਨੀਤੀਆਂ ਨੇ, ਜਿੱਥੇ ਕਿਸਾਨਾਂ ਨੂੰ ਮਾਰਨ ਦੇ ਲਈ ਉਹਨਾਂ ਨੇ ਆਰਡੀਨੈਂਸ ਜਾਰੀ ਕੀਤੇ ਨੇ, ਉੱਥੇ ਕਿਰਤ ਕਾਨੂੰਨਾਂ ਦੇ ਵਿੱਚ ਵੀ ਜਿਹੜੀ ਆ ਉਹਦੇ ਲਈ ਵੀ ਉਹ ਜਿਹੜਾ ਐਕਟ ਆ ਉਹ ਲੈ ਕੇ ਆ ਗਏ। ਤੇ ਸਾਫ਼ ਆ ਵੀ ਮਾਰ ਆ ਜਿਹੜੀ ਹਰ ਵਰਗ ਨੂੰ ਪੈਣੀ ਆ। ਇਸ ਕਰਕੇ ਇਹ ਲੜਾਈ ਨਾ ਤਾਂ ਇਕੱਲੇ ਕਿਸਾਨਾਂ ਦੀ ਆ, ਨਾ ਇਕੱਲੇ ਮਜ਼ਦੂਰਾਂ ਦੀ ਆ, ਇਹ ਸਾਰੇ ਲੋਕਾਂ ਦੀ ਸਾਂਝੀ ਲੜਾਈ ਆ। ਔਰ ਇਹਦੇ ਲਈ ਸਾਨੂੰ ਉਸ ਸਾਂਝ ਨੂੰ ਮਜ਼ਬੂਤ ਕਰਨਾ ਪੈਣਾ, ਉਸ ਜਾਤ ਪਾਤ ਨੂੰ ਜਿਹੜਾ ਪਾਸੇ ਰੱਖਣਾ ਪੈਣਾ, ਜਿਹਦੀ ਗੱਲ ਕਿਸੇ ਸਮੇਂ ਗੁਰੂ ਗੋਬਿੰਦ ਸਿੰਘ ਨੇ ਕੀਤੀ। ਔਰ ਭਗਤ ਸਿੰਘ ਵੀ ਇਸ ਗੱਲ ਦੇ ਉੱਤੇ ਕਹਿ ਕੇ ਗਏ ਸੀ ਕਿ ਗੁਰੂ ਗੋਬਿੰਦ ਸਿੰਘ ਦੀ ਜਿਹੜੀ ਲੜਾਈ ਸੀ ਉਹਦੇ ਵਿੱਚ ਲੜਨ ਵਾਲੇ ਵੱਡੀ ਗਿਣਤੀ, ਭਾਵੇਂ ਉਹ ਸ਼ਿਵਾ ਜੀ ਦੀ ਫੌਜ ਸੀ, ਭਾਵੇਂ ਗੁਰੂ ਗੋਬਿੰਦ ਸਿੰਘ ਦੇ ਨਾਲ ਲੜਨ ਵਾਲੀ ਫੌਜ ਸੀ, ਉਹ ਇਹ ਦਲਿਤ ਸਮਾਜ ਹੀ ਸੀ। ਤੇ ਸ਼ੂਦਰ ਜਿਹੜੇ ਉਸ ਜਿਹੜੇ ਕੱਟੜ ਹਿੰਦੂਵਾਦ ਆ, ਜਾਂ ਜਿਹੜੀ ਰਾਜ ਦੀ ਮੋਦੀ ਸਰਕਾਰ ਗੱਲ ਕਰਦੀ ਆ, RSS ਦੀ ਵਿਚਾਰਧਾਰਾ ਦੀ ਗੱਲ ਕਰਦੀ ਆ, ਉਹ ਕਿਸਾਨਾਂ ਨੂੰ, ਜੱਟਾਂ ਨੂੰ ਕੋਈ ਉਹ ਉੱਚ ਜਾਤੀ ਦੇ ਵਿੱਚ ਨਹੀਂ ਗਿਣਦੀ, ਉਹਨਾਂ ਸ਼ੂਦਰਾਂ ਦੇ ਵਿੱਚ ਹੀ ਗਿਣਦੀ ਆ। ਇਸ ਕਰਕੇ ਸਾਨੂੰ ਇਹ ਅੱਜ ਸਮਝਣ ਦੀ ਲੋੜ ਆ ਕਿ ਅਸੀਂ ਉਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਇਸ ਸਾਂਝੇ ਦੁਸ਼ਮਣ ਦੇ ਖਿਲਾਫ ਇੱਕ ਵੱਡੀ ਲੜਾਈ ਆ ਜਿਹੜੀ ਦਈਏ, ਤਾਂ ਹੀ ਇਹਨਾਂ ਦਾ ਜਿਹੜਾ ਮੁਕਾਬਲਾ ਕੀਤਾ ਜਾ ਸਕਦਾ। ਅਗਰ ਅਸੀਂ ਐਵੇਂ ਵੱਖਰੇ ਵੱਖਰੇ ਹੋ ਕੇ ਖਿੰਡ ਕੇ ਜਿਹੜੀ ਲੜਾਈ ਲੜਾਂਗੇ ਤਾਂ ਅਸੀਂ ਉਹਨਾਂ ਤੋਂ ਕਦੇ ਨਹੀਂ ਜਿੱਤ ਸਕਾਂਗੇ। ਅੱਜ ਦੇ ਸਮੇਂ ਦੀ ਇਹ ਸਭ ਤੋਂ ਮੁੱਖ ਲੋੜ ਆ। ਔਰ ਹਰ ਵਰਗ ਆ ਜਿਹੜਾ ਉਹ ਪੀੜਤ ਆ, ਔਰ ਇਹਦਾ ਹੱਲ ਇਕੱਠੇ ਹੋ ਕੇ ਲੜਾਈ ਦੇਣ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੈ। ਇਸ ਕਰਕੇ ਬਿਲਕੁਲ ਇਹ ਸਾਫ਼ ਆ ਕਿ ਅਸੀਂ ਇਕੱਠੇ ਹੋਈਏ ਤੇ ਇਸ ਸੰਘਰਸ਼ ਦੇ ਮੈਦਾਨ ਦੇ ਵਿੱਚ ਆਈਏ। ਜੀ ਜੀ, ਕਿ ਕਿਸਾਨਾਂ ਨੂੰ, ਦਲਿਤਾਂ ਨੂੰ, ਪਿੰਡ ਦੇ ਹਰ ਇੱਕ ਭਾਈਚਾਰੇ ਨੂੰ ਇਕਜੁੱਟ ਹੋਣ ਦੀ ਲੋੜ ਹੈ। ਜਾਤਾਂ ਪਾਤਾਂ ਤੋਂ, ਆਰਥਿਕ ਵਖਰੇਵਿਆਂ ਤੋਂ ਉੱਪਰ ਉੱਠ ਕੇ, ਧਰਮ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ। ਤੇ ਇੱਕ ਸਵਾਲ ਹੋਰ ਮੈਨੂੰ ਮੇਰੇ ਮਨ 'ਚ ਆ ਰਿਹਾ ਕਿ ਤੁਸੀਂ ਕਿਰਤ ਕਾਨੂੰਨਾਂ ਦੀ ਗੱਲ ਕੀਤੀ ਹੈ। ਕਿਰਤ ਕਾਨੂੰਨ ਵੀ ਆਮ ਕਿਰਤੀਆਂ ਦੇ ਖਿਲਾਫ ਹੀ ਜਾ ਰਹੇ ਨੇ, ਉਹਨਾਂ ਦੀ ਸੰਘੀ ਹੋਰ ਕੁੱਟਦੇ ਨੇ। ਇਸ ਤੋਂ ਪਹਿਲਾਂ ਪਿਛਲੇ ਕੁਝ ਰੀਸੈਂਟ ਪਾਸਟ ਜਿਹਨੂੰ ਆਪਾਂ ਕਹਿ ਸਕਦੇ ਹਾਂ, ਸਰਕਾਰ ਨੇ, ਕੇਂਦਰ ਨੇ ਇੱਕ ਹੋਰ ਕੰਮ ਕੀਤਾ ਕਿ ਪਿੰਡਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਸਾਂਝੀਆਂ, ਉਹ ਲਈਆਂ ਜਾ ਰਹੀਆਂ ਨੇ, ਪੰਚਾਇਤਾਂ ਤੋਂ ਮਤੇ ਪਵਾਏ ਜਾ ਰਹੇ ਨੇ, ਡੀਸੀਆਂ ਰਾਹੀਂ ਲਈਆਂ ਜਾ ਰਹੀਆਂ ਨੇ ਜ਼ਮੀਨਾਂ। ਇਹਦੇ ਵਿੱਚ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਹੈ, ਇਹ ਕੀ ਮੰਨਦੀ ਹੈ ਕਿ ਇਹਦੇ ਵਿੱਚ ਦਲਿਤਾਂ ਦੀ ਵੱਡੀ ਹਿੱਸੇਦਾਰੀ ਉਧਰ ਜਾ ਰਹੀ ਹੈ ਸਰਕਾਰਾਂ ਦੇ, ਕਿਉਂਕਿ ਸਰਕਾਰ ਉਹ ਜ਼ਮੀਨਾਂ ਲੈ ਕੇ ਪੰਚਾਇਤਾਂ ਤੋਂ ਅੱਗੋਂ ਕਾਰਪੋਰੇਟਾਂ ਨੂੰ ਵੇਚਣਾ ਚਾਹੁੰਦੀ ਹੈ ਜਾਂ ਠੇਕੇ ਤੇ, ਲੀਜ਼ ਤੇ ਦੇਣਾ ਚਾਹੁੰਦੀ ਹੈ। ਇਹਦੇ ਨਾਲ ਕੀ ਫਰਕ ਪੈ ਰਿਹਾ ਹੈ ਆਮ ਪਿੰਡ ਵਾਸੀਆਂ ਨੂੰ, ਜੋ ਬੇਜ਼ਮੀਨੇ ਪਿੰਡ ਵਾਲੇ ਨੇ, ਉਹਨਾਂ ਤੇ ਕੀ ਅਸਰ ਪਏਗਾ ਮੁਕੇਸ਼? ਬਿਲਕੁਲ, ਦੇਖੋ, ਇੱਕ ਲੰਮੇ ਸੰਘਰਸ਼ ਤੋਂ ਬਾਅਦ ਦਲਿਤਾਂ ਨੂੰ ਇਹ ਜ਼ਮੀਨਾਂ ਨੇ ਜਿਹੜੀਆਂ ਮਿਲੀਆਂ ਨੇ, ਦਰਜਨਾਂ ਮਤਲਬ ਪਰਚੇ ਦਰਜ ਕਰਾਉਣ ਤੋਂ ਬਾਅਦ, ਉਹਨਾਂ ਨੂੰ ਸਿਰ ਪੜਵਾ ਕੇ, ਇੱਕ ਖੂਨ ਡੋਲ ਕੇ ਲੜੀ ਲੜਾਈ ਤੋਂ ਬਾਅਦ ਦਲਿਤਾਂ ਨੂੰ ਜਿਹੜੀਆਂ ਕੁਝ ਹਿੱਸਾ ਜ਼ਮੀਨਾਂ ਦਾ ਅੱਜ ਪ੍ਰਾਪਤ ਹੋਇਆ। ਨਹੀਂ, ਲੰਮੇ ਸਮੇਂ ਤੋਂ ਉਹਨਾਂ ਨੂੰ ਇਸ ਹਿੱਸੇਦਾਰੀ ਤੋਂ ਪਹਿਲਾਂ ਬਾਹਰ ਰੱਖਿਆ ਗਿਆ। ਔਰ ਜਦੋਂ ਅੱਜ ਉਹਨਾਂ ਦਾ ਇਸ ਜ਼ਮੀਨ ਨੂੰ ਪ੍ਰਾਪਤ ਕਰਨ ਤੋਂ ਬਾਅਦ ਇੱਕ ਪਿੰਡਾਂ ਦੇ ਵਿੱਚ ਮਾਣ ਸਨਮਾਨ ਬਣਿਆ, ਇੱਕ ਉਹਨਾਂ ਦੀ ਆਰਥਿਕਤਾ ਨੂੰ ਜਿਹੜਾ ਹੁੰਗਾਰਾ ਮਿਲਿਆ, ਤਾਂ ਉਸ ਸਮੇਂ ਜਿਹੜਾ ਸਰਕਾਰਾਂ ਦਾ ਇਹ ਫੈਸਲਾ ਕਿ ਇਹਨਾਂ ਜ਼ਮੀਨਾਂ ਨੂੰ ਕੰਪਨੀਆਂ ਨੂੰ ਦੇਣਾ, ਇਹਦੇ ਖਿਲਾਫ ਪਹਿਲਾਂ ਬਲਦ ਕਲਾਂ ਦੇ ਵਿੱਚ ਕੋਸ਼ਿਸ਼ ਹੋਈ, ਜਿੱਥੋਂ ਉਹਨਾਂ ਕੰਪਨੀਆਂ ਸਮੇਤ ਇੱਥੋਂ ਦੇ ਮੰਤਰੀਆਂ ਨੂੰ ਜਿਹੜਾ ਪਿੰਡ ਦੇ ਲੋਕਾਂ ਨੇ ਭਜਾਇਆ ਔਰ ਇਸ ਗੱਲ ਦਾ ਐਲਾਨ ਕੀਤਾ ਕਿ ਅਸੀਂ ਇਹਨਾਂ ਜ਼ਮੀਨਾਂ ਨੂੰ ਨਹੀਂ ਜਾਣ ਦੇਵਾਂਗੇ। ਉਸ ਸਮੇਂ ਭਾਵੇਂ ਕਿਸਾਨੀ ਨੂੰ ਇਹ ਲੱਗਦਾ ਸੀ ਕਿ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਸਿਰਫ ਪੰਚਾਇਤੀ ਜ਼ਮੀਨਾਂ ਦੇ ਉੱਤੇ ਹਮਲਾ, ਔਰ ਜਿਹੜੇ ਦਲਿਤ ਅੱਜ ਇਸ ਜ਼ਮੀਨ ਨੂੰ ਲੈ ਕੇ ਬਰਾਬਰੀ ਦੀ ਗੱਲ ਕਰ ਰਹੇ ਨੇ, ਪਰ ਉਹਨਾਂ ਨੂੰ ਹੌਲੀ ਹੌਲੀ ਇਸ ਚੀਜ਼ ਦੀ ਸਮਝ ਆ ਗਈ ਕਿ ਇਹ ਪੰਚਾਇਤੀ ਜ਼ਮੀਨਾਂ ਦਾ ਮਸਲਾ ਨਹੀਂ ਇਕੱਲਾ, ਕਿਉਂਕਿ ਪੰਚਾਇਤੀ ਜ਼ਮੀਨਾਂ ਨਾਲ ਇਕੱਲੇ ਦਲਿਤ ਢਿੱਡ ਨਹੀਂ ਭਰ ਰਹੇ, ਇਹਦੇ ਨਾਲ ਜਿਹੜੇ ਪਿੰਡ ਦੇ ਵਿਕਾਸ ਦੇ ਕੰਮ ਨੇ ਉਹ ਵੀ ਜਿਹੜੇ ਛੋਟੇ ਛੋਟੇ ਪੰਚਾਇਤੀ ਵਿਭਾਗ ਦੇ ਵਿੱਚ ਅਹੁਦੇ ਨੇ, ਸੈਕਟਰੀ, ਪੰਚਾਇਤ ਅਫਸਰ ਵਰਗਿਆਂ ਦੀਆਂ ਜਿਹੜੀਆਂ ਪੋਸਟਾਂ ਨੇ, ਉਹਨਾਂ ਦੀਆਂ ਤਨਖਾਹਾਂ ਇਹਨਾਂ ਦੇ ਵਿੱਚੋਂ ਜਾਂਦੀਆਂ ਨੇ। ਤੇ ਇਹਦਾ ਵੱਡਾ ਅਸਰ ਆ ਜਿਹੜਾ ਉਹ ਹੋਣਾ
ਪਿੰਡਾਂ ਦੇ ਵਿਕਾਸ ਦੇ ਵਿੱਚ ਵੀ, ਤੇ ਉਹ ਲੋਕ ਜਿਹੜੇ ਅੱਜ ਜ਼ਮੀਨ ਨੂੰ ਪ੍ਰਾਪਤ ਕਰਕੇ ਇੱਕ ਆਪਦਾ ਮਾਣ ਸਨਮਾਨ ਪਿੰਡਾਂ 'ਚ ਬਹਾਲ ਕਰ ਪਾਏ ਨੇ, ਉਹਨਾਂ ਨੂੰ ਵੀ ਵੱਡੀ ਸੱਟ ਵੱਜਣੀ ਆ। ਇਸ ਕਰਕੇ ਇਹ ਸਾਫ਼ ਆ ਕਿ ਕੰਪਨੀਆਂ ਦੀ ਨੀਤ ਕੋਈ ਇੱਥੇ ਨਵੀਆਂ ਫੈਕਟਰੀਆਂ ਲਾਉਣ ਦੀ ਨਹੀਂ ਹੈ। ਇਹਨਾਂ ਜ਼ਮੀਨਾਂ ਨੂੰ ਖੋਹ ਕੇ ਜਿਹੜਾ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਸੰਭਾਉਣ ਦਾ ਮਾਮਲਾ, ਹੋਰ ਇਹਦੇ ਪਿੱਛੇ ਕੋਈ ਉਹਨਾਂ ਦਾ ਮਕਸਦ ਨਹੀਂ। ਜੀ ਜੀ, ਜਿਸ ਤਰ੍ਹਾਂ ਤੁਸੀਂ ਖੁਲਾਸਾ ਕੀਤਾ ਆ ਕਿ ਪੰਚਾਇਤੀ ਜ਼ਮੀਨਾਂ ਕੰਪਨੀਆਂ ਨੂੰ ਦਿੱਤੇ ਜਾਣ ਦੇ ਨਾਂ 'ਤੇ ਫਿਰ ਲੋਕਾਂ ਵਿੱਚ ਪਾੜੇ ਪਾਏ ਜਾਣ ਦਾ ਯਤਨ ਕੀਤਾ ਜਾ ਰਿਹਾ ਹੈ, ਜਦੋਂ ਕਿ ਇਹ ਪਿੰਡ ਦੀ ਸੱਭਿਅਤਾ ਨੂੰ ਇੱਕ ਵੱਖਰੇ ਪਾਸਿਓਂ ਸੱਟ ਮਾਰਨ ਦਾ ਤਰੀਕਾ ਆ। ਤੇ ਕਿਰਤ ਕਾਨੂੰਨਾਂ ਰਾਹੀਂ ਵੀ ਸੱਟ ਮਾਰੀ ਜਾ ਰਹੀ ਹੈ ਆਮ ਲੋਕਾਂ ਨੂੰ। ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਮਜ਼ਦੂਰ ਪਹਿਲਾਂ ਹੀ ਡਟੇ ਹੋਏ ਨੇ। ਮੁਕੇਸ਼ ਮਲੌਦ ਜੀ, ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ, ਸਾਡੇ ਨਾਲ ਇਹ ਜਾਣਕਾਰੀ ਭਰਪੂਰ ਗੱਲਾਂ ਕੀਤੀਆਂ ਸਾਡੇ ਟੀਵੀ ਪੰਜਾਬ ਦੇ ਦਰਸ਼ਕਾਂ ਨਾਲ, ਤੇ ਇਹਦੇ ਲਈ ਤੁਹਾਡਾ ਬਹੁਤ ਸ਼ੁਕਰੀਆ। ਅੱਗੇ ਤੋਂ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਤੇ ਹਾਲ ਦੀ ਘੜੀ ਬਹੁਤ ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਟੀਵੀ ਪੰਜਾਬ ਦੇਖਦੇ ਰਹੋ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਸਾਡੀਆਂ ਵੀਡੀਓਜ਼ ਅੱਗੇ ਸ਼ੇਅਰ ਕਰੋ। ਅਸੀਂ ਹਰ ਤਰ੍ਹਾਂ ਤੁਹਾਨੂੰ ਅਪਡੇਟ ਰੱਖਾਂਗੇ ਖਬਰਾਂ ਤੋਂ, ਹਰ ਤਰ੍ਹਾਂ ਦੇ ਐਨਾਲਿਸਿਸ ਵਿਸ਼ਲੇਸ਼ਣ ਲੈ ਕੇ ਤੁਹਾਡੇ ਸਨਮੁਖ ਹੁੰਦੇ ਰਵਾਂਗੇ ਜੀ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।